ਵੈਲਕਮ ਸਟੂਡੈਂਟਸ। ਅਸੀਂ ਟੌਪਿਕ ਕਰਾਂਗੇ ਖੁੱਲੀ ਕਿਤਾਬ ਪ੍ਰੀਖਿਆ ਪ੍ਰਣਾਲੀ, ਓਪਨ ਬੁੱਕ ਸਿਸਟਮ, ਓਪਨ ਬੁੱਕ ਐਗਜ਼ਾਮੀਨੇਸ਼ਨ ਸਿਸਟਮ। ਕੀ ਹੁੰਦਾ ਓਪਨ ਬੁੱਕ ਐਗਜ਼ਾਮੀਨੇਸ਼ਨ ਸਿਸਟਮ? ਜਿਹਦੇ 'ਚ ਕਿਤਾਬਾਂ ਖੋਲ੍ਹ ਕੇ ਪੇਪਰ ਦੇਣੇ। ਜੇ ਅਸੀਂ ਨਾਰਮਲ ਸ਼ਬਦਾਂ 'ਚ ਕਹੀਏ ਕਿਤਾਬਾਂ ਖੋਲ੍ਹ ਕੇ ਪੇਪਰ ਦੇਣੇ ਤਾਂ ਉਹ ਚੀਜ਼ ਇਹ ਨਹੀਂ ਹੁੰਦੀ। ਖੁੱਲੀ ਕਿਤਾਬ ਪ੍ਰੀਖਿਆ ਪ੍ਰਣਾਲੀ ਦਾ ਪ੍ਰਬੰਧ ਆ ਜਿਹੜਾ ਅਜਿਹੀ ਸਿੱਖਿਆ ਐਗਜ਼ਾਮੀਨੇਸ਼ਨ ਜਾਂ ਪ੍ਰੀਖਿਆ ਪ੍ਰਣਾਲੀ ਤੋਂ ਆ ਜਿਸ ਵਿੱਚ ਪ੍ਰੀਖਿਆਰਥੀ ਨੂੰ ਵਿਸ਼ੇ ਨਾਲ ਸੰਬੰਧਿਤ ਨੋਟਸ, ਪਾਠ ਪੁਸਤਕਾਂ ਅਤੇ ਹੋਰ ਸੰਬੰਧਿਤ ਸਰੋਤ ਪ੍ਰੀਖਿਆ ਦੌਰਾਨ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਪ੍ਰਯੋਗ ਕਰਨ ਲਈ ਦਿੱਤੇ ਜਾਂਦੇ ਨੇ ਜਾਂ ਕਰ ਸਕਦਾ ਹੈ। ਹੁਣ ਜੇ ਇਸ ਲਾਈਨਾਂ ਨੂੰ ਸਮਝੀਏ ਤਾਂ ਸਾਨੂੰ ਬਹੁਤ ਈਜ਼ੀ ਲੱਗਦਾ ਕਿ ਇਹ ਤਾਂ ਬਹੁਤ ਵਧੀਆ ਐਗਜ਼ਾਮੀਨੇਸ਼ਨ ਸਿਸਟਮ ਆ ਜਿਹਦੇ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਖੋਲ੍ਹ ਕੇ ਹੀ ਪੇਪਰ ਕਰਨ ਲਈ ਦਿੱਤਾ ਜਾਂਦਾ ਹੈ। ਇਹ ਜਿਹੜੀ ਪ੍ਰਕਿਰਿਆ ਇਹ ਕਾਨੂੰਨ ਦੀ ਪੜ੍ਹਾਈ ਵਿੱਚ, ਲਾਅ ਦੇ ਜਿਹੜੇ ਕੋਰਸਿਸ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲਦੀ ਹੈ। ਜੇ ਹੁਣ ਅਸੀਂ ਆਮ ਸ਼ਬਦਾਂ ਦੇ ਵਿੱਚ ਸਮਝੀਏ ਇਸ ਨੂੰ ਫਿਰ ਤਾਂ ਬਹੁਤ ਈਜ਼ੀ ਲੱਗਦੀ ਹੈ, ਪਰ ਅੱਗੇ ਜੇ ਅਸੀਂ ਸਮਝਾਂਗੇ ਇਸ ਨੂੰ, ਇਹ ਜਿਹੜਾ ਐਗਜ਼ਾਮੀਨੇਸ਼ਨ ਸਿਸਟਮ ਆ ਇਹ ਐਗਜ਼ਾਮੀਨੇਸ਼ਨ ਦੇ ਅਲਟਰਨੇਟਿਵ ਮੋਡ ਵਜੋਂ ਵਰਤਿਆ ਜਾ ਸਕਦਾ ਹੈ ਸਾਰੀਆਂ ਕਲਾਸਾਂ ਦੇ ਵਿੱਚ। ਅਤੇ ਇਹ ਜਿਹੜਾ ਪ੍ਰੋਗਰਾਮ ਆ ਇਹ ਬਹੁਤ ਹੀ ਜ਼ਿਆਦਾ ਵਧੀਆ ਪ੍ਰੋਗਰਾਮ ਹੋ ਸਕਦਾ ਹੈ ਜੇ ਇਸ ਨੂੰ ਸਹੀ ਢੰਗ ਨਾਲ ਚਲਾਇਆ ਜਾਵੇ। ਇਹ ਪ੍ਰੀਖਿਆ ਪ੍ਰਣਾਲੀ ਹੈ ਜਿਹੜੀ ਉਹਨਾਂ ਸਿੱਖਿਆ ਪ੍ਰੋਗਰਾਮਾਂ ਲਈ ਢੁਕਵੀਂ ਹੈ ਜਿਨ੍ਹਾਂ ਦਾ ਮੂਲ ਟੀਚਾ ਵਿਦਿਆਰਥੀਆਂ ਵਿੱਚ ਆਲੋਚਨਾਤਮਕ ਅਤੇ ਰਚਨਾਤਮਕ ਕੁਸ਼ਲਤਾ ਪੈਦਾ ਕਰਨਾ ਹੈ। ਹੁਣ ਜੇ ਸਿੱਧੇ ਅਸੀਂ ਰੱਟੇ ਲਗਾ ਕੇ ਆਨਸਰ ਲਿਖਦੇ ਹਾਂ ਉਹਨਾਂ ਲਈ ਨਹੀਂ, ਜਿੱਥੇ ਕ੍ਰਿਟੀਕਲ ਅਤੇ ਜਿਹੜੀ ਕੰਸਟਰਕਟਿਵ ਸਕਿੱਲਸ ਪੈਦਾ ਕਰਨ ਵਾਲੇ ਕੋਰਸ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਜ਼ਿਆਦਾ ਕਾਮਯਾਬ ਰਹਿੰਦੀ ਹੈ ਵਿਧੀ। ਇਹਦੀਆਂ ਦੋ ਕਿਸਮਾਂ ਨੇ, ਨਿਯਮਿਤ ਅਤੇ ਅਨਿਯਮਿਤ। ਇੱਕ ਤਾਂ ਇਹ ਨਿਯਮਾਂ ਦੇ ਵਿੱਚ ਬੰਦੀ ਵੀ ਹੁੰਦੀ ਆ, ਜਿਵੇਂ ਇਸ ਦੇ ਅਧੀਨ ਵਿਦਿਆਰਥੀ ਪ੍ਰੀਖਿਆ ਦੇ ਦੌਰਾਨ ਆਪਣੇ ਕੋਰਸ ਨਾਲ ਸੰਬੰਧਿਤ ਇੱਕ ਜਾਂ ਇੱਕ ਤੋਂ ਵੱਧ ਦਸਤਾਵੇਜ਼ ਜੋ ਕੋਰਸ ਨਿਰਧਾਰਤ ਕਰਨ ਵਾਲੇ ਨਿਰਦੇਸ਼ਕ ਜਾਂ ਅਧਿਆਪਕ ਵੱਲੋਂ ਪ੍ਰਮਾਣਿਤ ਕੀਤਾ ਗਿਆ ਹੋਵੇ ਉਹ ਨਾਲ ਲੈ ਕੇ ਜਾ ਸਕਦੇ ਨੇ। ਸਿਰਫ ਨਿਯਮਿਤ ਖੁੱਲ੍ਹੀ ਕਿਤਾਬ ਪ੍ਰੀਖਿਆ ਪ੍ਰਣਾਲੀ ਵਿੱਚ ਵਿਦਿਆਰਥੀ ਕੇਵਲ ਪ੍ਰਕਾਸ਼ਿਤ ਦਸਤਾਵੇਜ਼ ਜਿਵੇਂ ਲੌਗ ਟੇਬਲ, ਸ਼ਬਦਕੋਸ਼ ਅਤੇ ਕਿਸੇ ਵੀ ਲੇਖਕ ਦੀ ਪੂਰੀ ਕਿਤਾਬ ਲੈ ਕੇ ਜਾ ਸਕਦੇ ਨੇ, ਪਰੰਤੂ ਪ੍ਰੀਖਿਆ ਦੇ ਦੌਰਾਨ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੀ ਹੱਥ ਲਿਖਤ ਦਸਤਾਵੇਜ਼ ਜਾਂ ਪ੍ਰਕਾਸ਼ਿਤ ਦਸਤਾਵੇਜ਼ ਜੋ ਪ੍ਰਮਾਣਿਤ ਨਹੀਂ ਹਨ ਨੂੰ ਪ੍ਰੀਖਿਆ ਕੇਂਦਰ ਵਿੱਚ ਨਹੀਂ ਲਿਜਾ ਸਕਦੇ। ਮੀਨਜ਼ ਜਿਨ੍ਹਾਂ ਨੂੰ ਪ੍ਰਮਾਣਿਤਤਾ ਮਿਲੀ ਹੋਈ ਆ ਉਹ ਹੀ ਸਿਰਫ ਲਿਜਾ ਸਕਦੇ ਨੇ ਸੈਂਟਰ ਦੇ ਵਿੱਚ, ਦੂਜੇ ਨਹੀਂ। ਤਾਂ ਉਹ ਜਿਹੜੇ ਪ੍ਰਮਾਣਿਕਤਾ ਪ੍ਰਾਪਤ ਦਸਤਾਵੇਜ਼ ਹੁੰਦੇ ਨੇ ਉਸੇ ਢੰਗ ਨਾਲ ਬਣਾਏ ਹੁੰਦੇ ਨੇ ਕਿ ਜਿਹੜੇ ਵਿਦਿਆਰਥੀ ਨੇ ਆਪਣੇ ਆਨਸਰ ਸਹੀ ਢੰਗ ਨਾਲ ਦੇ ਸਕਣ। ਇੱਥੋਂ ਤੱਕ ਕਿ ਜੇਕਰ ਪ੍ਰਮਾਣਿਤ ਦਸਤਾਵੇਜ਼ ਉੱਪਰ ਵੀ ਕੁਝ ਲਿਖਿਆ ਹੋਵੇ ਤਾਂ ਵੀ ਵਿਦਿਆਰਥੀ ਉਸ ਨੂੰ ਪ੍ਰੀਖਿਆ ਦੌਰਾਨ ਨਹੀਂ ਵਰਤ ਸਕਦੇ। ਇਸ ਪ੍ਰੀਖਿਆ ਪ੍ਰਣਾਲੀ ਵਿੱਚ ਪ੍ਰਮਾਣਿਤ ਦਸਤਾਵੇਜ਼ਾਂ ਦੀ ਗਿਣਤੀ ਘੱਟ ਜਾਂ ਵੱਧ ਪ੍ਰਸ਼ਨ ਪੱਤਰ ਦੀ ਵਿਸ਼ੇਸ਼ਗਤਾ ਉੱਪਰ ਨਿਰਭਰ ਕਰਦੀ ਹੈ। ਕਿਸ ਟਾਈਪ ਦਾ ਪ੍ਰਸ਼ਨ ਪੱਤਰ ਆ ਉਸ ਤਰ੍ਹਾਂ ਦਾ ਮਟੀਰੀਅਲ ਆ ਜਿਹੜਾ ਉਹ ਲਿਜਾਣ ਲਈ ਦਿੱਤਾ ਜਾ ਸਕਦਾ ਹੈ। ਇਹ ਪ੍ਰੀਖਿਆ ਪ੍ਰਣਾਲੀ ਬੰਦ ਕਿਤਾਬ ਪ੍ਰੀਖਿਆ ਪ੍ਰਣਾਲੀ ਤੋਂ ਕੁਝ ਖਾਸ ਭਿੰਨ ਨਹੀਂ ਹੈ। ਇਸ ਵਿੱਚ ਕਿਸੇ ਵਿਸ਼ੇ ਨਾਲ ਸੰਬੰਧਿਤ ਖਾਸ ਸਮੱਸਿਆ ਦੀ ਪੇਸ਼ਕਾਰੀ ਨਹੀਂ ਕੀਤੀ ਜਾਂਦੀ। ਤਾਂ ਇਹ ਜਿਹੜੀ ਸਿਸਟਮ ਆ ਅਸੀਂ ਕਹਿੰਦੇ ਹਾਂ ਕਿ ਆਮ ਸਿਸਟਮ ਨਾਲੋਂ ਥੋੜ੍ਹਾ ਜ਼ਿਆਦਾ ਹਟਕੇ ਨਹੀਂ ਹੈ, ਥੋੜ੍ਹਾ ਜਿਹੜਾ ਉਹ ਦੂਜੇ ਕੋਰਸਾਂ ਦੀ ਤਰ੍ਹਾਂ ਹੀ ਆ। ਫਿਰ ਹੈਗਾ ਅਨਸਟ੍ਰਿਕਟਡ ਟਾਈਪ, ਅਨਿਯਮਿਤ ਪ੍ਰਣਾਲੀ। ਇੱਥੇ ਅਸੀਂ ਕਹਿੰਦੇ ਹਾਂ ਕਿ ਇਹ ਇਸ ਤਰ੍ਹਾਂ ਦੀ ਇੱਕ ਖੁੱਲ੍ਹੀ ਕਿਤਾਬ ਪ੍ਰਣਾਲੀ ਵਿੱਚ ਆਉਂਦੀ ਹੈ ਜਿਹਦੇ ਵਿੱਚ ਵਿਦਿਆਰਥੀਆਂ ਨੂੰ ਪੂਰੀ ਖੁੱਲ੍ਹ ਹੁੰਦੀ ਹੈ ਕਿ ਉਹ ਆਪਣੇ ਨਾਲ ਕਿਸੇ ਵੀ ਪ੍ਰਕਾਰ ਦਾ ਦਸਤਾਵੇਜ਼ ਲਿਜਾ ਸਕਦੇ ਨੇ, ਭਾਵ ਉਹਨਾਂ ਦੇ ਉੱਤੇ ਕੋਈ ਬੰਦਿਸ਼ ਨਹੀਂ ਹੁੰਦੀ। ਇਸ ਪ੍ਰਕਾਰ ਦੀ ਪ੍ਰੀਖਿਆ ਪ੍ਰਣਾਲੀ ਦੇ ਵਿੱਚ ਕੋਈ ਵੀ ਕਿਤਾਬ, ਲੈਕਚਰ ਨੋਟਸ, ਹੱਥ ਲਿਖਤ ਦਸਤਾਵੇਜ਼ ਪ੍ਰੀਖਿਆ ਕੇਂਦਰ ਵਿੱਚ ਜਾ ਸਕਦੇ ਨੇ। ਇਹਨਾਂ ਪ੍ਰੀਖਿਆਵਾਂ ਵਿੱਚ ਖਾਸ ਕਿਸਮ ਦੀ ਅਧਿਆਪਨ ਪ੍ਰਕਿਰਿਆ ਦੇ ਨਾਲ ਵਿਸ਼ੇਸ਼ ਪ੍ਰਕਾਰ ਦੇ ਪ੍ਰਸ਼ਨ ਪੱਤਰ ਤਿਆਰ ਕੀਤੇ ਜਾਂਦੇ ਹਨ। ਤਾਂ ਇੱਥੇ ਇਸ ਗੱਲ ਸਮਝਣ ਯੋਗ ਆ ਕਿ ਅਸੀਂ ਬਹੁਤ ਈਜ਼ੀ ਮੈਥਡ ਸਮਝ ਲੈਂਦੇ ਹਾਂ ਇਸ ਨੂੰ ਕਿ ਕਿਤਾਬ ਖੋਲ੍ਹੋ ਅਤੇ ਆਨਸਰ ਲਿਖੋ, ਪਰ ਇਸ ਦੇ ਲਈ ਜਿਹੜੇ ਪ੍ਰਸ਼ਨ ਪੱਤਰ ਨੇ ਬੜੇ
ਵਧੀਆ ਢੰਗ ਨਾਲ ਤਿਆਰ ਕੀਤੇ ਹੋਏ ਹੁੰਦੇ ਨੇ, ਉਸੇ ਦੇ ਅਕੋਰਡਿੰਗ ਹੁੰਦੇ ਨੇ ਕਿ ਵਿਦਿਆਰਥੀ ਨੇ ਜਿਹੜੇ ਕਿਸੇ ਵੀ ਢੰਗ ਨਾਲ ਜਿਹੜਾ ਨਕਲ ਨਾ ਮਾਰ ਸਕਣ, ਸੇਮ ਟੂ ਸੇਮ ਨਾ ਲਿਖ ਸਕਣ। ਤਾਂ ਜਿਹੜੀਆਂ ਬੁੱਕਸ ਹੁੰਦੀਆਂ ਨੇ ਹੈਲਪ ਵਾਸਤੇ, ਉਹਨਾਂ ਦੇ ਵਿੱਚ ਕੋਈ ਇਹੋ ਜਿਹਾ ਮਟੀਰੀਅਲ ਜਿਹੜਾ ਐਕਸਪਲੇਨ ਨਹੀਂ ਕੀਤਾ ਹੁੰਦਾ ਜਿਹਦੇ ਨਾਲ ਵਿਦਿਆਰਥੀਆਂ ਨੂੰ ਮਦਦ ਮਿਲ ਸਕੇ। ਵਿਦਿਆਰਥੀਆਂ ਇਸ ਦੇ ਵਿੱਚ ਵਿਦਿਆਰਥੀਆਂ ਦੀ ਜਾਣਕਾਰੀ 'ਚ ਵਾਧਾ ਕਰਨ ਦੀ ਜਗ੍ਹਾ ਬੌਧਿਕ ਵਿਕਾਸ ਉੱਪਰ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਇਸ ਕਰਕੇ ਕੰਟੈਂਟ ਨਾਲ ਸੰਬੰਧਿਤ ਕੋਈ ਵੀ ਸਵਾਲ ਨਹੀਂ ਪੁੱਛਿਆ ਜਾਂਦਾ। ਇੱਥੇ ਗੱਲ ਧਿਆਨ ਦੇਣ ਯੋਗ ਆ ਕਿ ਜੋ ਸਮੱਗਰੀ ਤੁਸੀਂ ਲਿਜਾ ਰਹੇ ਹੋ ਉਹਦੇ ਉੱਪਰ ਸਿੱਧਾ ਸਿੱਧਾ ਕੋਈ ਕੁਐਸਚਨ ਤੁਹਾਨੂੰ ਪੁੱਛਿਆ ਨਹੀਂ ਜਾਏਗਾ। ਇਸ ਪ੍ਰੀਖਿਆ ਦੇ ਵਿੱਚ ਜਿਹੜੇ ਪ੍ਰਸ਼ਨ ਨੇ ਉਹ ਤੁਹਾਡੇ ਬੌਧਿਕ ਵਿਕਾਸ ਜਾਂ ਕ੍ਰਿਟੀਕਲ ਥਿੰਕਿੰਗ ਨੂੰ ਜਿਹੜੇ ਉਜਾਗਰ ਕਰਨ ਵਾਲੇ ਹੋਣਗੇ, ਉਹਨਾਂ ਲਈ ਤੁਸੀਂ ਆਨਸਰ ਲਿਖਣੇ ਹੋਣਗੇ, ਉਹ ਵੀ ਆਪਣੇ ਵੱਲੋਂ। ਤਾਂ ਸਿਰਫ ਇੱਕ ਤੁਹਾਨੂੰ ਨੌਲੇਜ ਮਿਲੂਗੀ ਕਿਤਾਬ ਦੇ ਵਿੱਚੋਂ, ਜਾਂ ਇਹ ਕਹਿ ਲਓ ਕਿ ਕਿਤਾਬ ਦੇ ਵਿੱਚ ਤੁਹਾਨੂੰ ਸਿਰਫ ਕੀਵਰਡਸ ਮਿਲਣਗੇ ਕਿ ਕਿਵੇਂ ਤੁਸੀਂ ਜਿਹੜੀ ਜਾਣਕਾਰੀ ਹੈ ਸਾਰੀ ਆਪਣੇ ਆਪ ਦੇਣੀ ਹੋਊਗੀ। ਫਿਰ ਸਟਰਕਚਰ ਕੀ ਆ? ਖੁੱਲੀ ਕਿਤਾਬ ਪ੍ਰਣਾਲੀ ਦੀ ਬਣਤਰ, ਪ੍ਰੀਖਿਆ ਪ੍ਰਣਾਲੀ ਦੀ ਬਣਤਰ। ਕਿਸੇ ਵੀ ਕੋਰਸ ਵਿੱਚ ਖੁੱਲੀ ਕਿਤਾਬ ਪ੍ਰਣਾਲੀ ਨੂੰ ਸ਼ੁਰੂ ਕਰਨ ਦੇ ਅਲੱਗ-ਅਲੱਗ ਢੰਗ ਹੋ ਸਕਦੇ ਨੇ। ਤਾਂ ਜੇ ਇੱਥੇ ਗੱਲ ਕਰੀਏ ਆਪਾਂ, ਅਲੱਗ-ਅਲੱਗ ਕਲਾਸਾਂ ਦੇ ਵਿੱਚ ਅਲੱਗ-ਅਲੱਗ ਢੰਗਾਂ ਨਾਲ ਇਹ ਪ੍ਰੀਖਿਆ ਪ੍ਰਣਾਲੀ ਸ਼ੁਰੂ ਕੀਤੀ ਜਾਣੀ ਚਾਹੀਦੀ ਆ। ਵਿਦਿਆਰਥੀਆਂ ਨੂੰ ਪ੍ਰੀਖਿਆ ਦੌਰਾਨ ਵਿਸ਼ੇ ਨਾਲ ਸੰਬੰਧਿਤ ਮੂਲ ਸਰੋਤ ਅਤੇ ਹਵਾਲਾ ਪੁਸਤਕਾਂ ਲੈ ਕੇ ਆਉਣ ਦੀ ਆਗਿਆ ਦਿੱਤੀ ਜਾਵੇ। ਨੰਬਰ 1 ਤੇ ਸਟਰਕਚਰ ਦੇ ਵਿੱਚ ਇਹੀ ਕਹਾਂਗੇ ਕਿ ਪ੍ਰੀਖਿਆ ਦੌਰਾਨ ਵਿਸ਼ੇ ਨਾਲ ਸੰਬੰਧਿਤ ਮੂਲ ਸਰੋਤ ਤੇ ਹਵਾਲਾ ਪੁਸਤਕਾਂ ਲੈ ਕੇ ਆਉਣ ਦੀ ਆਗਿਆ ਦੇਣੀ। ਨੰਬਰ 2 ਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਪਹਿਲਾਂ ਪ੍ਰਸ਼ਨ ਦੇ ਦਿੱਤੇ ਜਾਣ ਅਤੇ ਵਿਦਿਆਰਥੀ ਪ੍ਰੀਖਿਆ ਦੌਰਾਨ ਆਪਣੇ ਨੋਟਸ ਜਾਂ ਸਰੋਤਾਂ ਦੀ ਵਰਤੋਂ ਕਰ ਸਕਣ। ਤਾਂ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੇ ਪ੍ਰਸ਼ਨ ਪੱਤਰ ਨੇ ਉਹ ਦੇਣ ਦਾ ਪ੍ਰੋਵੀਜ਼ਨ ਆ, ਤਾਂ ਜੋ ਵਿਦਿਆਰਥੀ ਨੇ ਜਿਹੜੇ ਆਪਣੇ ਨੋਟਸ ਤੇ ਸਰੋਤ ਨੇ ਜਿਹੜੇ ਉਹਨਾਂ ਨੂੰ ਵਰਤ ਸਕਣ। ਫਿਰ ਹੈਗਾ ਖੁੱਲੀ, ਤੀਜੇ ਨੰਬਰ ਤੇ ਇਹਦੇ ਵਿੱਚ ਹੈਗਾ ਖੁੱਲੀ ਕਿਤਾਬ ਪ੍ਰਣਾਲੀ ਦਾ ਇੱਕ ਹੋਰ ਢੰਗ। ਤਾਂ ਸਟਰਕਚਰ ਦੇ ਵਿੱਚ ਇੱਕ ਹੋਰ ਗੱਲ ਵੀ ਇਹਨਾਂ ਨੇ ਕਹੀ ਹੈ ਕਿ ਇਹ ਵੀ ਹੋ ਸਕਦਾ ਹੈ ਟੇਕ ਹੋਮ। ਇਸ ਵਿੱਚ ਵਿਦਿਆਰਥੀ ਨੂੰ ਪ੍ਰਸ਼ਨ ਦੇ ਦਿੱਤੇ ਜਾਂਦੇ ਹਨ। ਇਹ ਪ੍ਰਸ਼ਨ ਲੰਮੇ, ਸੰਖੇਪ ਤੇ ਬਹੁ ਵਿਕਲਪੀ ਹੋ ਸਕਦੇ ਨੇ। ਵਿਦਿਆਰਥੀ ਬਿਨਾਂ ਕਿਸੇ ਮਦਦ ਦੇ ਨਿਰਧਾਰਤ ਸਮੇਂ ਤੋਂ ਪ੍ਰਸ਼ਨ ਪੱਤਰ ਵਾਪਸ ਕਰ ਦਿੰਦੇ ਨੇ। ਖੁੱਲੀ ਕਿਤਾਬ ਪ੍ਰੀਖਿਆ ਆਸਾਨ ਟੈਸਟ ਨਹੀਂ ਹੈ। ਇਸ ਦੁਆਰਾ ਅਸੀਂ ਸਿੱਖਦੇ ਹਾਂ ਕਿ ਜ਼ਰੂਰਤ ਸਮੇਂ ਕਿਸ ਤਰ੍ਹਾਂ ਦੀ ਜਾਣਕਾਰੀ ਇਕੱਤਰਿਤ ਕੀਤੀ ਜਾਂਦੀ ਹੈ। ਪਰੰਪਰਾਗਤ ਮੈਮਰੀ ਟੈਸਟਿੰਗ ਪ੍ਰੀਖਿਆ ਵਿੱਚ ਅਜਿਹੀ ਪ੍ਰੀਖਿਆ ਪ੍ਰਣਾਲੀ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਦੇ ਦੁਆਰਾ ਵਿਦਿਆਰਥੀਆਂ ਦੇ ਬੌਧਿਕ ਕੁਸ਼ਲਤਾ ਦਾ ਮੁਲਾਂਕਣ ਕੀਤਾ ਜਾ ਸਕੇ। ਨਾਲ ਹੀ ਅਧਿਆਪਨ ਪ੍ਰਣਾਲੀ ਵਿੱਚ ਇਸ ਤਰ੍ਹਾਂ ਦੇ ਪ੍ਰਸ਼ਨ ਸ਼ਾਮਲ ਕਰਨੇ ਚਾਹੀਦੇ ਹਨ ਜੋ ਕੇਵਲ ਵਿਦਿਆਰਥੀਆਂ ਦੀ ਯਾਦਾਸ਼ਤ ਨੂੰ ਪਰਖਣ ਨਾਲ ਸੰਬੰਧਿਤ ਨਾ ਹੋਣ, ਸਗੋਂ ਉਹਨਾਂ ਨੂੰ ਇਹ ਵੀ ਦੱਸਣ ਕਿ ਦਿਮਾਗ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਆ। ਤਾਂ ਇਹ ਹੈਗੀ ਆ ਜਿਹੜੀ ਪ੍ਰੀਖਿਆ ਪ੍ਰਣਾਲੀ, ਖੁੱਲੀ ਪ੍ਰੀਖਿਆ ਪ੍ਰਣਾਲੀ ਦਾ ਸਟਰਕਚਰ। ਇਹ ਟੇਕ ਹੋਮ ਜਿਹੜਾ ਤੁਹਾਨੂੰ ਸ਼ਾਰਟ ਨੋਟ ਆ ਸਕਦਾ ਟੇਕ ਹੋਮ ਐਗਜ਼ਾਮੀਨੇਸ਼ਨ ਦੇ ਵਿੱਚ ਕੀ ਹੁੰਦੀ ਆ। ਟੇਕ ਹੋਮ ਦਾ ਮਤਲਬ ਖੁੱਲੀ ਕਿਤਾਬ ਪ੍ਰਣਾਲੀ ਦੀ ਇੱਕ ਇਹ ਸਟਰਕਚਰ ਦੇ ਵਿੱਚ ਆਉਂਦੀ ਹੈ ਕਿ ਇਹ ਵੀ ਅਸੀਂ ਕਰ ਸਕਦੇ ਹਾਂ ਕਿ ਜਿਹੜਾ ਪ੍ਰਸ਼ਨ ਪੱਤਰ ਆ ਉਹ ਘਰ ਲਿਜਾਣ ਨੂੰ ਦੇ ਦਈਏ, ਨਿਸ਼ਚਿਤ ਸਮੇਂ ਤੱਕ ਉਸ ਨੂੰ ਫਿਰ ਮੰਗਵਾਈਏ ਜਮ੍ਹਾਂ ਕਰਾਉਣ ਲਈ, ਤੇ ਉਹਦੇ ਲਈ ਵਿਕਲਪਿਕ ਸਮੱਗਰੀ ਹੈ ਜਿਹੜੀ ਵਿਦਿਆਰਥੀ ਇਕੱਠੇ ਕਰਕੇ, ਸੂਚਨਾਵਾਂ ਇਕੱਠੀਆਂ ਕਰਕੇ ਜਿਹੜਾ ਫਾਰਮੈਟ ਪ੍ਰਸ਼ਨ ਪੱਤਰ ਦਾ ਉਹਦੇ ਅਨੁਸਾਰ ਉਹਨੂੰ ਲਿਖਣਗੇ। ਤਾਂ ਇਹ ਵੀ ਇੱਕ ਇਹਦੇ ਵਿੱਚ ਆਉਂਦਾ ਹੈ ਕਿ ਟੇਕ ਹੋਮ। ਤਾਂ ਇੱਥੇ ਤੁਹਾਨੂੰ ਇੱਕ ਇੰਨਾ ਕਿ ਸ਼ਾਰਟ ਨੋਟ ਆ ਸਕਦਾ ਹੈ। ਫਿਰ ਹੈਗਾ ਖੁੱਲੀ ਕਿਤਾਬ ਪ੍ਰਣਾਲੀ ਦੇ ਲਾਭ, ਬੈਨੀਫਿਟਸ ਆਫ ਓਪਨ ਬੁੱਕ ਐਗਜ਼ਾਮੀਨੇਸ਼ਨ। ਤਾਂ ਜੇ ਇਸ ਤਰ੍ਹਾਂ ਦੀ ਸਾਡੇ ਪ੍ਰੀਖਿਆ ਪ੍ਰਣਾਲੀ ਸ਼ੁਰੂ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਕੀ ਹੋਊਗਾ, ਲੈਸ ਸਟ੍ਰੈਸ ਔਨ ਮੈਮਰੀ। ਰੱਟਾ ਮਾਰਨ ਨੂੰ ਕੋਈ ਜਗ੍ਹਾ ਨਹੀਂ ਹੋਊਗੀ। ਅਸੀਂ ਕੀ ਕਰਾਂਗੇ, ਕਿਤਾਬ 'ਚੋਂ ਦੇਖਾਂਗੇ ਤੇ ਲਿਖ ਦਾਂਗੇ। ਖੁੱਲੀ ਕਿਤਾਬ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ ਕੋਈ ਖਾਸ ਤੱਥ, ਅੰਕੜਾ ਆਦਿ ਦਾ ਰੱਟਾ ਨਹੀਂ ਮਾਰਨਾ ਪੈਂਦਾ ਜਿਵੇਂ ਤੁਹਾਨੂੰ ਮਾਰਨੇ ਪੈਂਦੇ ਨੇ ਕਿਤਾਬਾਂ ਦੇ ਵਿੱਚ ਰੱਟੇ। ਤਾਂ ਇਹ ਪ੍ਰਣਾਲੀ ਹੈ ਜਿਹੜੀ ਲੈਸ ਸਟ੍ਰੈਸ ਔਨ ਮੈਮਰੀ ਹੈ। ਇਸ ਕਰਕੇ ਯਾਦ ਸ਼ਕਤੀ 'ਤੇ ਘੱਟ ਦਬਾਅ ਪੈਂਦਾ ਹੈ। ਦੁਹਰਾਉਣ ਦੀ ਚਿੰਤਾ ਘੱਟ, ਰੀਕਾਲਿੰਗ ਵਾਰੀ ਵਾਰੀ ਨਹੀਂ ਕੀਤੀ ਜਾਂਦੀ। ਇਸ ਵਿੱਚ ਤਿਆਰੀ ਦੌਰਾਨ ਵਿਦਿਆਰਥੀ ਵਧੀਆ ਅਧਿਐਨ ਸਮੱਗਰੀ ਇਕੱਠੀ ਕਰਕੇ ਜਾਣਕਾਰੀ ਵਿੱਚ ਵਾਧਾ ਕਰਦੇ ਨੇ
ਨਾ ਕਿ ਇੱਕੋ ਵਿਸ਼ੇ ਨੂੰ ਬਾਰ-ਬਾਰ ਦੁਹਰਾਉਂਦੇ ਨੇ ਤੇ ਲਿਖ ਕੇ ਦੇਖਦੇ ਨੇ। ਤਾਂ ਇਹ ਵੀ ਵਧੀਆ। ਇਹਦੇ ਵਿੱਚ ਕੁਆਲਿਟੀ ਐਜੂਕੇਸ਼ਨ ਦੇ ਲਈ ਅਸੀਂ ਕਹਿੰਦੇ ਹਾਂ ਕਿ ਪ੍ਰੀਖਿਆ ਪ੍ਰਣਾਲੀਆਂ ਨੇ ਜਿਹੜੀਆਂ ਅਲਟਰਨੇਟਿਵ ਮੋਡਸ ਨੇ ਇਹਨਾਂ ਦੇ ਬਹੁਤ ਵਧੀਆ ਨੇ। ਤਾਂ ਸਾਨੂੰ ਇਹਨਾਂ ਨੂੰ ਲਾਗੂ ਕਰਨ ਲਈ ਸੋਚਣਾ ਚਾਹੀਦਾ ਕਿ ਸਾਰੀਆਂ ਕਲਾਸਾਂ ਦੇ ਵਿੱਚ ਲਗਭਗ ਅਸੀਂ ਇਸ ਤਰ੍ਹਾਂ ਨੂੰ ਦੀਆਂ ਪ੍ਰੀਖਿਆ ਪ੍ਰਣਾਲੀਆਂ ਨੂੰ ਜਿਹੜਾ ਇਹ ਲਗਾ ਕੇ ਦੇਖੀਏ। ਤੀਜੇ ਨੰਬਰ 'ਤੇ ਇਹਦਾ ਬੈਨੀਫਿਟ ਹੈਗਾ ਐਨਹਾਂਸਮੈਂਟ ਆਫ ਰਿਟਰਾਈਵਲ ਸਕਿੱਲਸ, ਖੋਜ ਕਾਰਜਾਂ ਨੂੰ ਵਧਾਵਾ। ਇਹਦੇ ਨਾਲ ਕੀ ਹੋਊਗਾ, ਵਿਦਿਆਰਥੀ ਖੋਜ ਕਾਰਜਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਜਿਹੜਾ ਇਹ ਉਤਸੁਕ ਹੋਣਗੇ ਕਿ ਅਸੀਂ ਵੱਧ ਤੋਂ ਵੱਧ ਨੌਲੇਜ ਇਕੱਠੀ ਕਰਕੇ ਦਈਏ, ਵੱਧ ਤੋਂ ਵੱਧ ਨੌਲੇਜ ਉਸਦੇ ਨਾਲ ਰਿਲੇਟਡ ਇਕੱਠੀ ਕਰਕੇ ਦਈਏ ਤਾਂ ਜੋ ਸਾਡੀ ਮਾਰਕਿੰਗ ਆ ਜਿਹੜੀ ਵਧੀਆ ਹੋ ਸਕੇ। ਉਹ ਜ਼ਰੂਰੀ ਜਾਣਕਾਰੀ ਹਾਸਲ ਕਰਨ ਲਈ ਵੱਖ-ਵੱਖ ਸਾਧਨਾਂ ਤੇ ਕਿਤਾਬਾਂ ਦੀ ਭਾਲ ਕਰਦੇ ਨੇ। ਉਹ ਕੰਟੈਂਟ ਨਹੀਂ ਦੇਖਦੇ, ਉਹ ਸਾਧਨ ਦੇਖਦੇ ਨੇ ਕਿਹਨਾਂ ਸਾਧਨਾਂ ਦੀ ਵਰਤੋਂ ਕਰਦੇ ਹੋਏ ਮੈਂ ਪ੍ਰਸ਼ਨਾਂ ਨੂੰ ਹੱਲ ਕਰਨਾ ਹੈ। ਗਿਆਨ ਪ੍ਰਾਪਤ ਅਤੇ ਸੰਸਲੇਸ਼ਣ ਕੌਸ਼ਲਾਂ ਵਿੱਚ ਵਾਧਾ। ਇਹਦੇ ਵਿੱਚ ਵਿਦਿਆਰਥੀ ਨੇ ਜਿਹੜੇ ਉਹਨਾਂ ਵਿੱਚ ਸਮਝਣ ਅਤੇ ਸੰਸਲੇਸ਼ਣ ਦੀ ਨਿਪੁੰਨਤਾ ਆ ਜਾਂਦੀ ਹੈ, ਕਿਉਂਕਿ ਇਸ ਨਾਲ ਉਹ ਪ੍ਰੀਖਿਆ ਲਈ ਆਪਣੀਆਂ ਪਾਠ ਪੁਸਤਕਾਂ ਅਤੇ ਹੋਰ ਅਧਿਐਨ ਸਮੱਗਰੀ ਨੂੰ ਆਸਾਨ ਅਤੇ ਹੱਥ ਲਿਖਤ ਨੋਟਸ ਵਿੱਚ ਤਬਦੀਲ ਕਰ ਲੈਂਦੇ ਨੇ। ਫਿਰ ਹੈਗਾ ਪਰੇਸ਼ਾਨੀ ਤੋਂ ਛੁਟਕਾਰਾ। ਇਸ ਨਾਲ ਪ੍ਰੀਖਿਆ ਸੰਬੰਧੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਂਦਾ ਹੈ ਜੋ ਕਿ ਸਧਾਰਨ ਸਿੱਖਿਆ ਪ੍ਰਬੰਧ ਦਾ ਜ਼ਰੂਰੀ ਹਿੱਸਾ ਬਣ ਜਾਂਦਾ ਹੈ। ਤਾਂ ਪਰੇਸ਼ਾਨੀ ਹੈ ਜਿਹੜੀ ਉਹ ਸਾਡਾ ਨਾਰਮਲ ਐਗਜ਼ਾਮੀਨੇਸ਼ਨ ਸਿਸਟਮ ਆ ਉਸ ਦਾ ਕਹਿੰਦੇ ਨੇ ਕਿ ਇੱਕ ਜ਼ਰੂਰੀ ਹਿੱਸਾ ਹੈ, ਉਹ ਦੇਣੀ ਹੁੰਦੀ ਹੈ ਬੱਚਿਆਂ ਨੂੰ ਵੀ ਅਧਿਆਪਕਾਂ ਨੂੰ ਵੀ। ਤਾਂ ਇਸ ਤਰ੍ਹਾਂ ਦੀ ਐਗਜ਼ਾਮੀਨੇਸ਼ਨ ਸਿਸਟਮ ਤੋਂ ਸਾਨੂੰ ਛੁਟਕਾਰਾ ਪਾ ਕੇ ਨਵੇਂ ਅਲਟਰਨੇਟ ਨੇ ਜਿਹੜੇ ਉਹ ਖੋਜਣੇ ਚਾਹੀਦੇ ਨੇ। ਨੋ ਕ੍ਰੈਮਿੰਗ, ਰੱਟੇ ਦੀ ਕੋਈ ਜਗ੍ਹਾ ਨਹੀਂ, ਰੱਟਾ ਮਾਰਨ ਦੀ ਜ਼ਰੂਰਤ ਨਹੀਂ ਪੈਂਦੀ। ਇਹਦੇ ਵਿੱਚ ਵਿਸ਼ੇਸ਼ ਜਿਹੜੇ ਵਿਸ਼ੇ ਨੂੰ ਧਿਆਨ ਨਾਲ ਪੜ੍ਹ ਕੇ ਵਿਦਿਆਰਥੀ ਨੇ ਉਹ ਪ੍ਰਸ਼ਨਾਂ ਦੇ ਉੱਤਰ ਦਿੰਦੇ ਨੇ। ਫਿਰ ਹੈਗਾ ਵਿਆਪਕ ਕਾਰਜ ਖੇਤਰ। ਵਿਦਿਆਰਥੀ ਬਾਕੀ ਪ੍ਰੀਖਿਆ ਪੱਧਤੀਆਂ ਦੀ ਤੁਲਨਾ ਵਿੱਚ ਇਸ ਪੱਧਤੀ ਵਿੱਚ ਜ਼ਿਆਦਾ ਜਾਣਕਾਰੀ ਹਾਸਲ ਕਰਦੇ ਨੇ ਕਿਉਂਕਿ ਇਸ ਦਾ ਕੰਸੈਪਟ ਆ ਜਿਹੜਾ ਬਰੌਡ ਜਿਹੜੇ ਕਰਿਕੂਲਮ ਲਾ ਲਓ ਤੁਸੀਂ, ਬਰੌਡ ਕਰਿਕੂਲਮ ਦੇ ਵਿੱਚ ਤੁਸੀਂ ਫਾਈਂਡ ਆਊਟ ਕਰਨਾ ਹੁੰਦਾ ਹੈ। ਫਿਰ ਹੈਗਾ ਪ੍ਰਸ਼ਨ ਆਕਾਰ ਵਿੱਚ ਲੰਮੇ ਹੋ ਸਕਦੇ ਨੇ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਵਧੇਰੇ ਹੁੰਦੀ ਹੈ। ਵਿਦਿਆਰਥੀ ਵੱਖ-ਵੱਖ ਕਿਸਮਾਂ ਦੇ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਦੀ ਵਰਤੋਂ ਕਰਦੇ ਨੇ। ਪ੍ਰੀਖਿਆ ਦੁਆਰਾ ਵਿਸ਼ਿਆਂ ਦੇ ਅਧਿਐਨ ਮਨੋਰਥਾਂ ਦੇ ਅਨੇਕ ਪਹਿਲੂ ਦ੍ਰਿਸ਼ਟੀਗੋਚਰ ਹੁੰਦੇ ਨੇ। ਉਹ ਵਿਦਿਆਰਥੀ ਜੋ ਅਕਲਮੰਦ ਹੁੰਦੇ ਨੇ ਪਰ ਤੱਥਾਂ ਡਾਟਾ ਨੂੰ ਯਾਦ ਕਰਨ ਉੱਪਰ ਜ਼ਿਆਦਾ ਜ਼ੋਰ ਨਹੀਂ ਦਿੰਦੇ, ਇਸ ਪ੍ਰਣਾਲੀ ਦਾ ਆਨੰਦ ਮਾਣਦੇ ਨੇ। ਮਤਲਬ ਜਿਹੜੇ ਨੌਲੇਜ ਜ਼ਿਆਦਾ ਰੱਖਦੇ ਨੇ ਪਰ ਲੰਬੇ ਕੁਐਸਚਨਾਂ ਦੇ ਆਨਸਰ ਜਿਨ੍ਹਾਂ ਨੂੰ ਨਹੀਂ ਲਿਖਣੇ ਆਉਂਦੇ ਤਾਂ ਉਹ ਇਸ ਤਰ੍ਹਾਂ ਦੀ ਪ੍ਰੀਖਿਆ ਪ੍ਰਣਾਲੀ ਦੇ ਵਿੱਚ ਅੱਗੇ ਆਉਂਦੇ ਨੇ ਤੇ ਸ਼ਾਈਨ ਕਰਦੇ ਨੇ। ਫਿਰ ਇਹਦੇ ਜਿਹੜੇ ਅਵਗੁਣ ਨੇ ਉਹ ਕੀ ਨੇ, ਕਿਉਂ ਇਹ ਵਿਧੀ ਆ ਜਿਹੜੀ ਅਸੀਂ ਕਹਾਂਗੇ ਨਹੀਂ ਚੰਗੀ ਹੈਗੀ। ਨੰਬਰ 1 ਤੇ ਤਾਂ ਹੈਗਾ ਪੂਰੀ ਸਮੱਗਰੀ ਨਾ ਹੋਣਾ। ਇਹ ਪ੍ਰੀਖਿਆ ਦੌਰਾਨ ਸਮੱਗਰੀ ਨਾਲ ਸੰਬੰਧਿਤ ਜਿਹੜੀ ਘਾਟ ਆ ਉਹਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਇੱਥੇ ਅਸੀਂ ਕਹਾਂਗੇ ਕਿ ਵਿਦਿਆਰਥੀਆਂ ਨੂੰ ਜਿਹੜੀ ਸਮੱਗਰੀ ਦੀ ਜ਼ਰੂਰਤ ਆ ਉਹਨਾਂ ਦੀ ਗਿਣਤੀ ਅਨੁਸਾਰ ਉਹ ਲਾਇਬ੍ਰੇਰੀ ਵਿੱਚ ਮੌਜੂਦ ਨਾ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਹੁਤ ਸਾਰੀਆਂ ਪੁਸਤਕਾਂ ਨੇ ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। ਹਰੇਕ ਪੁਸਤਕ ਆ ਜਿਹੜੀ ਲਾਇਬ੍ਰੇਰੀ ਵਿੱਚ ਮਿਲ ਨਹੀਂ ਸਕਦੀ, ਇਸ ਲਈ ਇਹ ਸਮੱਸਿਆ ਜਿਹੜੀ ਪੈਦਾ ਹੋ ਜਾਂਦੀ ਆ। ਬੱਚੇ ਬਾਹਰੋਂ ਖਰੀਦਣ ਵਿੱਚ ਔਖਿਆਈ ਮਹਿਸੂਸ ਕਰਦੇ ਨੇ, ਲਾਇਬ੍ਰੇਰੀ ਵਿੱਚ ਇਹਨਾਂ ਦੀ ਘਾਟ ਹੁੰਦੀ ਆ। ਤਾਂ ਜਿਹੜਾ ਮਟੀਰੀਅਲ ਆ ਉਸ ਦੀ ਸਮੱਸਿਆ, ਫਿਰ ਜਗ੍ਹਾ ਦੀ ਸਮੱਸਿਆ। ਇਸ ਵਿੱਚ ਕੀ ਆ, ਵਿਦਿਆਰਥੀ ਆਪਣੇ ਨਾਲ ਸਪੋਜ਼ ਕਰੋ ਤੁਸੀਂ ਆਪਣੇ ਨਾਲ ਪ੍ਰੀਖਿਆ ਕੇਂਦਰ ਵਿੱਚ ਬਹੁਤ ਸਾਰੇ ਨੋਟਸ ਪੁਸਤਕਾਂ ਲੈ ਕੇ ਜਾਂਦੇ ਹੋ ਤਾਂ ਉੱਥੇ ਜਗ੍ਹਾ ਦੀ ਸਮੱਸਿਆ ਹੋ ਜਾਂਦੀ ਹੈ। ਬੈਂਚਾਂ ਦੀ ਗਿਣਤੀ ਜਿਹੜੀ ਆ ਉਹ ਸਧਾਰਨ ਪ੍ਰੀਖਿਆ ਨਾਲੋਂ ਕਿਤੇ ਜ਼ਿਆਦਾ ਹੋ ਸਕਦੀ ਆ। ਤਾਂ ਇਸ ਤਰ੍ਹਾਂ ਦੀ ਪ੍ਰੀਖਿਆ ਪ੍ਰਣਾਲੀ ਦੀ ਇਹ ਵੀ ਇੱਕ ਕਮੀ ਆ। ਜ਼ਿਆਦਾ ਸਮਾਂ ਕਈ ਵਾਰ ਵਿਦਿਆਰਥੀ ਨੇ ਜਿਹੜੇ ਪ੍ਰਸ਼ਨਾਂ ਦੇ ਉੱਤਰ ਵਧੀਆ ਢੰਗ ਨਾਲ ਦੇਣ ਲਈ ਕਿਤਾਬਾਂ ਵਿੱਚੋਂ ਪ੍ਰਸ਼ਨਾਂ ਦੇ ਉੱਤਰ ਲੱਭਣ ਵਿੱਚ ਜ਼ਿਆਦਾ ਵਕਤ ਲਗਾ ਦਿੰਦੇ ਨੇ। ਅਸੀਂ ਲੱਭਦੇ ਹਾਂ ਜਦੋਂ ਉਦੋਂ ਸਾਨੂੰ ਨਹੀਂ ਪਤਾ ਲੱਗਦਾ ਕਿੰਨਾ ਟਾਈਮ ਹੋ ਗਿਆ। ਤਾਂ ਇਸ ਕਰਕੇ ਜਿਹੜੀ ਵਿਸ਼ੇ ਦੀ ਆਲੋਚਨਾਤਮਕ ਅਧਿਐਨ ਦੀ ਯੋਗਤਾ ਹੌਲੀ ਖਤਮ ਹੋ ਜਾਂਦੀ। ਸਾਨੂੰ ਕਾਹਲ ਲੱਗ ਜਾਂਦੀ ਹੈ ਕਿ ਫਟਾਫਟ ਉੱਤਰ ਦੇ ਦਈਏ। ਜਿਹੜਾ ਉਦੇਸ਼ ਸਾਹਮਣੇ ਰੱਖ ਕੇ ਅਸੀਂ ਇਹ ਪ੍ਰੀਖਿਆ ਪ੍ਰਣਾਲੀ ਦਾ ਮੋਡ ਆ ਜਿਹੜਾ ਉਹ ਲਾਗੂ ਕਰਨਾ ਚਾਹੁੰਦੇ ਹਾਂ ਜਾਂ ਇਸ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ,
ਤਾਂ ਉਹ ਗੋਲ ਆ ਜਿਹੜਾ ਸਾਡਾ ਖਤਮ ਹੋ ਜਾਂਦਾ ਹੈ। ਫਿਰ ਹੈਗਾ ਮੁੱਲ ਨਿਰਧਾਰਤ ਨਿਰਧਾਰਤ ਸਮੱਗਰੀ ਨੂੰ ਇਕੱਠਾ ਕਰਨ ਵਿੱਚ ਪਰੇਸ਼ਾਨੀ। ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਸਬਜੈਕਟ ਮੈਟਰ ਦੇ ਨਾਲ ਰਿਲੇਟਡ ਕਿਹੜਾ ਮਟੀਰੀਅਲ ਆ ਜਿਹੜਾ ਅਸੀਂ ਕਿੱਥੋਂ ਪਰਚੇਜ ਕਰੀਏ, ਕਿੱਥੋਂ ਅਸੀਂ ਇਕੱਠਾ ਕਰੀਏ। ਵਿਦਿਆਰਥੀ ਨਾ ਪੜ੍ਹਨ ਦੀ ਇੱਛਾ ਕਰਕੇ ਆਪਣਾ ਬਹੁਤ ਸਮਾਂ ਸਮੱਗਰੀ ਨੂੰ ਇਕੱਠਾ ਕਰਨਾ ਵਿੱਚ ਬਰਬਾਦ ਕਰ ਦਿੰਦੇ ਨੇ। ਉਹ ਇਹ ਨਹੀਂ ਸੋਚਦੇ ਕਿ ਇੰਨੀ ਸਾਰੀ ਸਮੱਗਰੀ ਵਿੱਚੋਂ ਨਿਰਧਾਰਤ ਸਮੇਂ ਵਿੱਚ ਪ੍ਰਸ਼ਨਾਂ ਦੇ ਉੱਤਰ ਕਿਸ ਤਰ੍ਹਾਂ ਲੱਭਣਗੇ। ਉਹ ਸਿਰਫ ਮਟੀਰੀਅਲ ਇਕੱਠੇ ਕਰਦੇ ਰਹਿ ਜਾਂਦੇ ਨੇ। ਉਹਨਾਂ ਨੂੰ ਟੈਕਨੀਕ ਨਹੀਂ ਆਉਂਦੀ ਕਿ ਅਸੀਂ ਕਿਸ ਤਰ੍ਹਾਂ ਇਹਦੇ ਵਿੱਚੋਂ ਕੁਐਸਚਨਾਂ ਦੇ ਆਨਸਰ ਲੱਭਣੇ ਨੇ। ਤਾਂ ਇਹ ਚੀਜ਼ ਦੀ ਵੀ ਘਾਟ ਆ। ਅੱਗੇ ਹੈਗਾ ਅਣਉਪਯੋਗੀ ਸਮੱਗਰੀ। ਵਿਦਿਆਰਥੀ ਪ੍ਰੀਖਿਆ ਦੇ ਦੌਰਾਨ ਵਿਸ਼ੇ ਨਾਲ ਸੰਬੰਧਿਤ ਅਣਉਪਯੋਗੀ ਸਮੱਗਰੀ ਨੂੰ ਸ਼ਾਮਲ ਕਰ ਸਕਦੇ ਨੇ, ਜਿਨ੍ਹਾਂ ਦੀ ਜ਼ਰੂਰਤ ਵੀ ਨਹੀਂ। ਉਹ ਫालतू ਚੀਜ਼ਾਂ ਵੀ ਇਕੱਠੀਆਂ ਕਰ ਲੈਂਦੇ ਨੇ ਸਟੂਡੈਂਟਸ। ਭਾਵ ਉਹ ਪ੍ਰੀਖਿਆ ਦੇ ਦੌਰਾਨ ਪੁਸਤਕਾਂ 'ਤੇ ਲਗਾਏ ਗਏ ਨਿਸ਼ਾਨਾਂ ਦੇ ਆਧਾਰ 'ਤੇ ਵਾਧੂ ਸਮੱਗਰੀ ਨੂੰ ਉੱਤਰ ਪੁਸਤਕਾਂ ਵਿੱਚ ਸ਼ਾਮਲ ਕਰ ਦਿੰਦੇ ਨੇ। ਇਸ ਤੋਂ ਇਲਾਵਾ ਫालतू ਦਾ ਜਿਹੜਾ ਓਵਰ ਰਾਈਟਿੰਗ ਆ ਉਹ ਪ੍ਰੀਖਿਆ ਵੀ ਜਿਹੜੀ ਆਨਸਰ ਸ਼ੀਟ ਆ ਉਹਦੇ ਵਿੱਚ ਵੀ ਕਰ ਦਿੰਦੇ ਨੇ। ਇਹਦੇ ਨਾਲ ਕੀ ਹੁੰਦਾ, ਵਿਦਿਆਰਥੀ ਆਪਣੀ ਸੋਚ ਅਤੇ ਕਿਸੇ ਘਟਨਾ ਨੂੰ ਦੇਖਣ ਅਤੇ ਪਰਖਣ ਦਾ ਨਜ਼ਰੀਆ ਜਿਹੜਾ ਉਹ ਬਿਲਕੁਲ ਜ਼ੀਰੋ ਬਣਾ ਲੈਂਦੇ ਨੇ, ਜਦਕਿ ਵਿਦਿਆਰਥੀ ਦਾ ਨਜ਼ਰੀਆ ਬਹੁਤ ਮਹੱਤਵਪੂਰਨ ਹੈ। ਤਾਂ ਇੱਥੇ ਵਿਦਿਆਰਥੀ ਦਾ ਨਜ਼ਰੀਆ ਹੀ ਮੇਨ ਆ ਜਿਹੜਾ ਇਸ ਪ੍ਰੀਖਿਆ ਪ੍ਰਣਾਲੀ ਦੇ ਵਿੱਚ ਦੇਖਿਆ ਜਾਂਦਾ ਹੈ, ਤਾਂ ਉਹ ਗੋਲ ਵੀ ਸਾਡਾ ਜ਼ੀਰੋ ਹੋ ਜਾਂਦਾ ਹੈ। ਫਿਰ ਹੈਗਾ ਇਸ ਪ੍ਰਕਿਰਿਆ ਨਾਲ ਵਿਦਿਆਰਥੀ ਭਵਿੱਖ ਦੀਆਂ ਪ੍ਰੀਖਿਆਵਾਂ ਲਈ ਤਿਆਰ ਨਹੀਂ ਹੁੰਦੇ, ਸਿਰਫ ਉਸੇ ਦੇ ਅਧੀਨ ਹੀ ਘੁੰਮਦੇ ਰਹਿੰਦੇ ਨੇ। ਜਿਹੜਾ ਪਰਟੀਕੂਲਰ ਕੋਰਸ ਦੇ ਵਿੱਚ ਇਹ ਜਿਹੜਾ ਸਿਸਟਮ ਆ ਉਸ ਤੋਂ ਅੱਗੇ ਦੀ ਉਹ ਨਹੀਂ ਸੋਚਦੇ। ਇਸ ਨਾਲ ਸਿੱਖਿਆ ਦੇ ਸਿਧਾਂਤਾਂ ਦੀ ਕੀਮਤ ਘਟ ਜਾਂਦੀ ਹੈ, ਦਿਮਾਗ ਖੁੰਡਾ ਤੇ ਕਮਜ਼ੋਰ ਹੋ ਜਾਂਦਾ ਹੈ। ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ, ਇਕਾਗਰਤਾ ਤੇ ਯਾਦ ਰੱਖਣ ਦੀ ਯੋਗਤਾ ਵਿੱਚ ਕਮੀ ਆਉਂਦੀ ਹੈ। ਫਿਰ ਹੈਗਾ ਜੀ, ਇਸ ਨਾਲ ਵਿਦਿਆਰਥੀਆਂ ਦੀ ਪਾਸ ਗਿਣਤੀ ਵਿੱਚ ਵਾਧਾ ਹੋਵੇਗਾ ਤੇ ਵਿਦਿਆਰਥੀ ਅਜਿਹੀ ਪ੍ਰਣਾਲੀ ਨੂੰ ਲਾਗੂ ਕਰਨ ਦੀ ਮੰਗ ਉੱਚ ਸਿੱਖਿਆ ਲਈ ਤੇ ਬਾਅਦ ਦੀ ਨੌਕਰੀ ਲਈ ਵੀ ਕਰਨਗੇ। ਤਾਂ ਆਦਤ ਪੈ ਜਾਂਦੀ ਹੈ, ਆਸਾਨ ਲੱਗਦਾ ਹੈ ਉਹਨਾਂ ਨੂੰ ਇਸ ਤਰ੍ਹਾਂ ਦਾ ਸਿਸਟਮ। ਤਾਂ ਅਗਲੇ ਭਵਿੱਖ ਦੀਆਂ ਜਿਹੜੇ ਐਗਜ਼ਾਮਸ ਹੋਣਗੇ ਉਹਨਾਂ ਵਿੱਚ ਵੀ ਉਹ ਇਹੀ ਪ੍ਰਣਾਲੀ ਹੈ ਜਿਹੜੀ ਉਹ ਚਾਹਣਗੇ। ਖੁੱਲੀ ਕਿਤਾਬ ਪ੍ਰੀਖਿਆ ਵਿਕਲਪ ਉਹਨਾਂ ਜਗ੍ਹਾ 'ਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ ਜਿੱਥੇ ਮੁਲਾਂਕਣ ਉੱਚ ਪੱਧਰੀ ਪ੍ਰਯੋਗ ਅਧਿਐਨ ਨਤੀਜਿਆਂ ਉੱਪਰ ਆਧਾਰਿਤ ਹੈ। ਤਾਂ ਇਹ ਜਿਹੜੀਆਂ ਸਥਿਤੀ ਆ ਅਸੀਂ ਕਹਾਂਗੇ ਕਿ ਇਹਦੇ ਲਈ ਖੁੱਲੀ ਪ੍ਰੀਖਿਆ ਪ੍ਰਣਾਲੀ ਲਾਭਦਾਇਕ ਆ। ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਪ੍ਰਮਾਣਿਕਤਾ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਯਕੀਨੀ ਹੋਣਾ ਚਾਹੀਦਾ ਕੀਤਾ ਗਿਆ ਕੰਮ ਵਿਦਿਆਰਥੀ ਦਾ ਆਪਣਾ ਮੌਲਿਕ ਹੋਵੇ। ਇੱਥੇ ਇਹ ਕਿਤਾਬ ਜਿਹੜੀ ਹੈ ਇਸ ਸਥਿਤੀ ਦੇ ਵਿੱਚ ਇਸ ਤਰ੍ਹਾਂ ਦੀ ਖੁੱਲੀ ਕਿਤਾਬ ਪ੍ਰੀਖਿਆ ਪ੍ਰਣਾਲੀ ਹੈ ਜਿਹੜੀ ਉਹਨੂੰ ਜਾਂਚਿਆ ਜਾਣਾ ਚਾਹੀਦਾ ਹੈ। ਆਂਕਲਨ ਤੇ ਮੁਲਾਂਕਣ ਪ੍ਰਕਿਰਿਆ ਵਿੱਚ ਸਰੋਤ ਸਮੱਗਰੀ ਦੇ ਵੱਡੇ ਪੱਧਰ ਦੀ ਵਰਤੋਂ ਹੁੰਦੀ ਹੈ। ਵਿਦਿਆਰਥੀ ਆਪਣੀਆਂ ਕੁਸ਼ਲਤਾਵਾਂ ਚੰਗੀ ਸਰੋਤ ਸਮੱਗਰੀ ਦੀ ਘਾਟ ਕਾਰਨ ਪ੍ਰਦਰਸ਼ਿਤ ਨਹੀਂ ਕਰ ਪਾਉਂਦੇ। ਇੱਥੇ ਵੀ ਧਿਆਨ ਦੇਣ ਯੋਗ ਗੱਲ ਆ ਇਹ। ਖੁੱਲੀ ਕਿਤਾਬ ਪ੍ਰੀਖਿਆ ਵਿੱਚ ਨਿਸ਼ਚਿਤ ਸਾਵਧਾਨੀਆਂ ਵਰਤਣ ਨਾਲ ਇਸ ਕਿਤਾਬ ਪ੍ਰੀਖਿਆ ਨੂੰ ਵਧੇਰੇ ਬਿਹਤਰ ਬਣਾਇਆ ਜਾ ਸਕਦਾ ਹੈ। ਤਾਂ ਇਹ ਸਾਡਾ ਕਨਕਲੂਜ਼ਨ ਆ। ਤਾਂ ਇਹ ਟੌਪਿਕ ਆ ਜਿਹੜਾ ਫੁੱਲ 10 ਮਾਰਕਸ ਦਾ ਇਸ ਢੰਗ ਨਾਲ ਤੁਹਾਡਾ ਬਣਦਾ ਹੈ ਪੂਰਾ ਹੀ। ਤਾਂ ਇਸ ਤਰ੍ਹਾਂ ਤੁਸੀਂ ਅਟੈਂਪਟ ਕਰ ਸਕਦੇ ਹੋ ਜੇ ਖੁੱਲੀ ਕਿਤਾਬ ਪ੍ਰਣਾਲੀ ਅਲਟਰਨੇਟਿਵ ਮੋਡ ਦੇ ਵਿੱਚ ਜਿਹੜਾ ਤੁਹਾਡਾ ਸਿਲੇਬਸ ਦੇ ਵਿੱਚ ਰਿਫਾਰਮਸ ਆਫ ਐਗਜ਼ਾਮੀਨੇਸ਼ਨ ਵਾਲਾ ਚੈਪਟਰ ਆ ਉਹਦੇ ਅੰਡਰ ਇਹ ਕੁਐਸਚਨ ਆਉਂਦਾ ਹੈ। ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ। ਅੱਗੇ ਫਿਰ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ। ਤੁਹਾਡੀ ਤਿਆਰੀ ਜਿਹੜੀ ਆ ਪੇਪਰਾਂ ਦੀ ਜਾਂ ਇਸ ਸਬਜੈਕਟ ਦੀ ਹੋ ਜਾਵੇ। ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ। ਓਕੇ, ਥੈਂਕਸ।